ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਉੱਚੇ ਖੰਡਾਂ ਦੇ ਕੌਤਕ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 6ਵਾਂ ਹੈ ਸੱਚਖੰਡ ਤੋਂ ਮਾਤਲੋਕ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਡਾਢੇ ਦਿਆਲੂ ਸੁਭਾਅ ਵਿੱਚ ਬੈਠੇ ਹੋਏ ਕੀ ਦੇਖਦੇ ਹਨ। ਬਾਜ ਗੁਰੂ ਅੰਧੇਰ ਹੈ, ਖੈ ਖੈ ਮਰਦੇ ਬਹੁ ਬਿਦ ਲੋਆ, ਵਰਤਿਆ ਪਾਪ ਜਗਤਰ ਤੇ, ਧੌਲ ਉਡੀਣਾ ਨਿਸਦਿਨ ਹੋਆ, ਬਾਜ ਦਇਆ ਬਲਹੀਨ ਹੋ, ਨਿਕਰ ਚਲੋ ਰਸਾਤਲ ਟੋਆ, ਖੜਾ ਇੱਕ ਤੇ ਪੈਰ ਤੇ, ਪਾਪ ਸੰਗ ਬਹੁ ਭਾਰਾ ਹੋਆ, ਥੰਮੇ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ, ਧਰਮ ਧੌਲ ਪੁਕਾਰੇ ਤਲੇ ਖੜੋਆ। ਪਰਜਾ ਨੂੰ ਇਸ ਤਰ੍ਹਾਂ ਤੜਫਦਾ ਦੇਖ ਕੇ ਦਇਆ ਦੀ ਖਾਣ ਤੇ ਕਰੁਣਾ ਦੀ ਨਿਧੀ ਗੁਰੂ ਨਾਨਕ ਦੇਵ ਜੀ ਸਹਾਰ ਨਾ ਸਕੇ। ਇੱਕਦਮ ਜੀ ਨੇ ਕਿਹਾ ਕਿ ਆਪਣੇ ਸੁੱਖ ਦਾ ਕੀ ਹੈ, ਦੁਖੀਆਂ ਨੂੰ ਸੁੱਖ ਦੇਣਾ ਚਾਹੀਏ। ਇੱਕ ਦਿਨ ਸਹਿਲੇ ਕਰਦੇ ਸਤਿਗੁਰੂ ਜੀ ਨੇ ਜਗਤ ਤੋਂ ਪਾਪਾਂ ਨਾਲ ਲਿਬੜ ਕੇ ਪਰਲੋਕਾਂ ਵਿੱਚ ਆਏ ਹੋਏ ਜੀਵਾਂ ਨੂੰ ਦੁੱਖ ਪਾਉਂਦੇ ਡਿੱਠਾ। ਚਿੱਤ ਨੇ ਕਿਹਾ ਧਰਤੀ ਤੇ ਚੱਲ ਕੇ ਮਤ ਦੇਈਏ, ਪਾਪਾਂ ਦਾ ਨਾਸ਼ ਕਰੀਏ, ਜੀਦਾਨ ਲਾਈਏ, ਜੋ ਲੋਕੀ ਉੱਥੇ ਆਪਣਾ ਸਮਾਂ ਪਾਪਾਂ ਵਿੱਚ, ਮਾਲ ਧਨ ਇੱਜ਼ਤਾਂ ਦੇ ਬਖੇੜਿਆਂ ਵਿੱਚ ਗੁਆ ਕੇ ਦੁਆਲੀਏ ਹੋ ਕੇ ਪਰਲੋਕ ਵਿੱਚ ਆ ਕੇ ਦੁੱਖ ਨਾ ਪਾਉਣ। ਇਹਨਾਂ ਸੰਕਲਪਾਂ ਵਿੱਚ ਸਨ ਕਿ ਕੀ ਦੇਖਦੇ ਹਨ। ਜਗਤਾ ਧਾਰ ਜੀ ਕਿਸੇ ਮਿਹਰ ਦੇ ਰੰਗ ਵਿੱਚ ਹਨ। ਆਪ ਨੇ ਬੜੇ ਅਦਬ ਨਾਲ ਪਿਤਾ ਜੀ ਪਾਸ ਦਿਲ ਦੀ ਬੇਨਤੀ ਕੀਤੀ। ਅਕਾਲ ਪੁਰਖ ਜੀ ਇਸ ਸੰਕਲਪ ਨੂੰ ਦੇਖ ਕੇ ਆਨੰਦ ਹੋਏ। ਆਨੰਦ ਕੀ ਹੋਏ, ਆਨੰਦ ਤਾਂ ਸਰੂਪ ਹੀ ਉਸੇ ਦਾ ਹੈ ਜੋ ਉਸ ਵੇਲੇ ਅਭਾਵੀ ਭਾਵ ਮੰਡਲ ਵਿੱਚ ਸਾਈਂ ਤੇ ਸਤਿਗੁਰ ਦੇ ਹੋਏ ਅੰਕਿਤ ਹੋ ਹੀ ਨਹੀਂ ਸਕਦੇ। ਪਰ ਫਿਰ ਵੀ ਸਾਡੀ ਸਮਝ ਜੋ ਇਸ ਤਰ੍ਹਾਂ ਦੀ ਹੋਈ, ਸੋ ਸਾਡੀ ਸਮਝ ਪੈਣ ਵਾਲੀ ਵਿਉਂਤ ਵਿੱਚ ਕੁਝ ਕਹਿਣਾ ਹੀ ਬਣਦਾ ਹੈ। ਇਉਂ ਸਮਝੋ ਅਕਾਲ ਪੁਰਖ ਜੀ ਮਾਨੋ ਗੁਰੂ ਜੀ ਨੂੰ ਕਹਿਣ ਲੱਗੇ, ਨਾਨਕ ਦੁਨੀਆ ਕੈਸੀ ਹੋਈ। ਗੁਰੂ ਜੀ ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਕਲ ਹੋਈ ਕੁੱਤੇ ਮੁਹੀ, ਖਾ ਜੋਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਅਕਾਲ ਪੁਰਖ ਕਹੋ ਨਾਨਕ ਕਿਨ ਬਿਦਗਤ ਹੋਈ। ਹੇ ਨਾਨਕ ਇਸ ਗਤੀ ਯਾਨੀ ਦਸ਼ਾ ਦਾ ਪ੍ਰਕਾਸ਼ ਕਹੋ। ਗੁਰੂ ਸਾਹਿਬ ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸਚ ਅੰਦਰਮਾ, ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਆਧੇਰੇ ਰਾਹ ਨਾ ਕੋਈ, ਵਿੱਚ ਹੋਮੈ ਕਰ ਦੁਖ ਰੋਈ, ਕਉ ਨਾਨਕ ਕਿਨ ਬਿਦਗਤ ਹੋਈ। ਅਕਾਲ ਪੁਰਖ ਜੀ ਇਸ ਪਾਪ ਰੂਪ ਦੈਂਤ ਨੂੰ ਕੌਣ ਮਾਰੇਗਾ। ਗੁਰੂ ਸਾਹਿਬ ਹੈ ਹਜੂਰ ਹਾਜ਼ਰ ਅਰਦਾਸ, ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ। ਅਕਾਲ ਪੁਰਖ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਗੁਰੂ ਸਾਹਿਬ ਜੀ ਨਦਰ ਕਰੈਂ ਤੂੰ ਤਾਰੈਂ ਤਰੀਏ, ਸਚ ਦੇਵੋ ਦੀਨ ਦਿਆਲਾ, ਪਣਵਤ ਨਾਨਕ ਦਾਸਨ ਦਾਸਾ, ਤੂੰ ਸਰਬ ਜੀਆਂ ਪ੍ਰਤਪਾਲਾ। ਤੁਝ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖੇ ਜਾਣੇ ਸੋਏ, ਕਿਆ ਕਹੀਏ ਕਿਛ ਕਹੀ ਨਾ ਜਾਏ, ਜੋ ਕਿਛ ਹੈ ਸਭ ਤੇਰੀ ਰਜਾਏ ਰਹਾਓ, ਜੋ ਕਿਛ ਕਰਣਾ ਸੋ ਤੇਰੇ ਪਾਸ, ਕਿਸ ਆਕੇ ਕੀਜੈ ਅਰਦਾਸ। ਭੈਰੋ ਮਹੱਲਾ ਪਹਿਲਾ। ਅਕਾਲ ਪੁਰਖ ਜੀ ਜਗ ਕਰੜਾ ਮਨਮੁਖ ਗਾਵਾਰ। ਗੁਰੂ ਸਾਹਿਬ ਨੇ ਸੁਣ ਕੇ ਐਸੀ ਨਿਮਰਤਾ ਨਾਲ ਸਿਰ ਨਿਵਾਇਆ ਕਿ ਮਾਨੋ ਉੱਤਰ ਦਿੱਤਾ ਹੈ। ਇਸ ਉੱਤਰ ਨੂੰ ਅਕਾਲ ਪੁਰਖ ਜੀ ਤਾਂ ਸਮਝਦੇ ਹੀ ਸਨ, ਪਰ ਚੌਥੀ ਪਾਤਸ਼ਾਹੀ ਜੀ ਨੇ ਸਾਡੀ ਸਮਝ ਗੋਚਰਾ ਕਰਨ ਲਈ ਇਉਂ ਦੱਸਿਆ ਹੈ। ਹਉ ਕਾਟੋਂ ਕਾਟ ਬਾੜ ਸਿਰ ਰਾਖੋਂ, ਜਿਤ ਨਾਨਕ ਸੰਤ ਚੜਾਵੇ। ਅਕਾਲ ਪੁਰਖ ਅੰਤਰ ਰਤਨ ਪਦਾਰਥ ਹਿਤ ਕੋ ਦੂਰੈ, ਨਾ ਲਾਲ ਪਿਆਰੀ, ਨਾਨਕ ਗੁਰਮੁਖ ਨਾਮ ਅਮੋਲਕ, ਜੁਗ ਜੁਗ ਅੰਤਰ ਤਾਰੀ। ਭਾਵ ਇਹ ਕਿ ਹੇ ਨਾਨਕ ਤੂੰ ਮੇਰੇ ਪੂਰਨ ਬ੍ਰਹਮ ਰੂਪ ਨੂੰ ਪਛਾਣਦਾ ਹੈ, ਇਸ ਲਈ ਤੈਨੂੰ ਵਰ ਹੈ ਕਿ ਸਾਰੇ ਲੋਕਾਂ ਦਾ ਉਧਾਰ ਕਰ। ਗੁਰੂ ਸਾਹਿਬ
ਭੂਰ ਭਵਿਖ ਨਾਹੀਂ ਤੁਮ ਜੈਸੇ, ਮੇਰੇ ਪ੍ਰੀਤਮ ਪ੍ਰਾਨ ਆਧਾਰਾ। ਹਰ ਕੈ ਨਾਮ ਰਤੀ ਸੁਹਾਗਨ, ਨਾਨਕ ਰਾਮ ਪਤਾਰਾ। ਅਕਾਲ ਪੁਰਖ ਜੀ ਨੇ ਇਸ ਭਾਵ ਦੇ ਵਾਕ ਕਹੇ। ਸਰਬ ਸੀਲ ਮਮੰਗ ਸੀਲੰਗ, ਸਰਬ ਪਾਵਨ ਮਮੰਗ ਪਾਵਨੈ, ਸਰਬ ਕਰਤਬ ਮਮੰਗ ਕਰਤਾ, ਨਾਨਕ ਲੇਪ ਛੇਪ ਨਾ ਲਿਪਤੇ। ਹੁਣ ਇੱਕ ਪੁਸ਼ਪ ਬਿਬਾਨ ਹਾਜ਼ਰ ਹੋਇਆ, ਜਿਸ ਨੂੰ ਪਰਉਪਕਾਰ ਕਰਕੇ ਸੱਦੇ ਹਨ। ਪਿਆਰੇ ਪਿਤਾ ਦੀ ਪਵਿੱਤਰ ਗੋਦੀ ਤੋਂ ਸ੍ਰੀ ਗੁਰੂ ਜੀ ਨੂੰ ਪੁਸ਼ਪ ਬਿਬਾਨ ਵਿੱਚ ਬਿਠਾਇਆ। 3 ਜਣੇ ਹੋਰ ਆਏ, ਚੌਹਾਂ ਨੇ ਰਲ ਕੇ ਬਿਬਾਨ ਨੂੰ ਚੁੱਕਿਆ। ਜਿਕੁਰ ਬਿਰਛਾਂ ਵਿੱਚੋਂ ਟਾਹਣੀ ਫੁੱਟ ਕੇ ਹਵਾ, ਮੀਂਹ ਗੜੇ ਦੇ ਦੁੱਖ ਸੁੱਖ ਭੋਗਣ ਨੂੰ ਵੱਖਰੀ ਪਰ ਬਿਰਛ ਨਾਲ ਮਿਲੀ ਹੋਈ ਨਿਕਲ ਤੁਰਦੀ ਹੈ, ਕੇਵਲ ਇਸ ਲਈ ਕਿ ਲੋਕਾਂ ਨੂੰ ਫੁੱਲਾਂ ਦੀ ਸੁਗੰਧੀ ਦੇਵੇ ਤੇ ਫਲ ਖੁਆਵੇ। ਤਿਵੇਂ ਸ੍ਰੀ ਸਤਿਗੁਰੂ ਜੀ ਆਪਣੇ ਪਿਤਾ ਨਾਲ ਸਦੀਵੀ ਮਿਲੇ ਹੋਏ ਪਰਉਪਕਾਰ ਕਰਨ ਹੇਤ ਉਸ ਤੋਂ ਟਾਹਣੀ ਦੇ ਵਿਛੋੜੇ ਵਾਂਗ ਅਵਿਛੜ ਵਿਛੋੜੇ ਵਿੱਚ ਵਿਛੜਦੇ ਸੰਸਾਰ ਦੇ ਖੇਦਾਂ ਨੂੰ ਸਹਾਰਨ ਤੁਰੇ। ਜਦ ਪੁਸ਼ਪ ਬਿਬਾਨ ਸਰੂਪ ਦੇ ਮਹਿਲ ਤੋਂ ਨਿਕਲ ਕੇ ਅੱਗੇ ਵਧਿਆ, ਤਦ ਕਰੋੜਾਂ ਕਰੋੜ ਜੋਤੀ ਰੂਪ ਵਾਲੇ ਸਤਿਗੁਰਾਂ ਦੇ ਪ੍ਰੇਮ ਵਿੱਚ ਬੇਬਲ ਹੋਏ, ਪਿਆਰ ਸ਼ਰਧਾ ਤੇ ਭਗਤੀ ਦੇ ਜੋਸ਼ ਨਾਲ ਜਲਪੂਰਤ ਅੱਖਾਂ ਕਰਕੇ ਆਪਣੇ ਵਿਛੋੜੇਪੁਰ ਸ਼ੋਕ ਪਰ ਉਹਨਾਂ ਦੇ ਹੁਕਮ ਮੰਨਣ ਤੇ ਉਪਕਾਰਪੁਰ ਆਨੰਦ ਤੇ ਮਿਲਾਪ ਦੀ ਦਸ਼ਾ ਵਿੱਚ ਹੋਏ ਸਦਕੇ ਹੋ ਨਮਸਕਾਰ ਕਰਦੇ ਹੋਏ ਆਪਣਾ ਆਪ ਵਾਰ ਰਹੇ ਨਜ਼ਰੀ ਪਏ। ਗੱਲ ਕੀ ਪੁਸ਼ਪ ਬਿਬਾਨ ਅੱਗੇ ਅੱਗੇ ਤੁਰੀ ਗਿਆ, ਹੇਠਾਂ ਹੇਠਾਂ ਹੋਈ ਗਿਆ। ਸੂਖਮ ਮੰਡਲ ਪਿੱਛੇ ਰਹਿੰਦੇ ਗਏ, ਅਸਥੂਲਤਾ ਵੱਧਦੀ ਗਈ, ਪ੍ਰਕਾਸ਼ ਘਟਦਾ ਗਿਆ, ਪਰ ਪੁਸ਼ਪ ਬਿਬਾਨ ਟੁਰੀ ਗਿਆ। ਸੰਗੀਤ ਸੰਗਤਾਂ ਦੇ ਜੈਕਾਰੇ ਤੇ ਆਨੰਦ ਨਾਲ ਨਾਲ ਸਨ। ਹਰ ਲੋਕ, ਹਰ ਖੰਡ, ਹਰ ਟਿਕਾਣੇ ਤੇ ਆਦਰ ਸਤਕਾਰ ਖੁਸ਼ੀਆਂ ਦੇ ਜੈਕਾਰੇ ਹੋ ਰਹੇ ਸਨ। ਆਖਿਰ ਪੁਸ਼ਪ ਬਿਬਾਨ ਇਸ ਧਰਤੀ ਦੇ ਮਾਨੋ ਹਨੇਰੇ ਮੰਡਲ ਵਿੱਚ ਆ ਗਿਆ। ਚਾਹੇ ਇੱਥੇ ਚਾਨਣਾ ਹੈ, ਪਰ ਉਸ ਚਾਨਣੇ ਦੇ ਸਾਹਮਣੇ ਇੱਥੋਂ ਦਾ ਚਾਨਣਾ ਪਰਛਾਵੇਂ ਜਿਹਾ ਹੈ। ਇਸ ਵੇਲੇ ਸੰਸਾ ਫੁਰਦਾ ਸੀ ਕਿ ਸਾਡੇ ਪਾਪੀਆਂ ਦੇ ਸੰਸਾਰ ਵਿੱਚ ਉੱਚੇ ਉੱਚੇ ਗੁਰੂ ਨਾਨਕ ਜੀ ਕਿਕੋ ਰਹਿਣਾ ਪਸੰਦ ਕਰਨਗੇ। ਭਲਾ ਬਰਫ਼ ਦੇ ਘਰ ਵਿੱਚੋਂ ਨਿਕਲ ਕੇ ਅੱਗ ਦੇ ਘਰ ਵਿੱਚ ਕਿਸ ਦਾ ਗੁਜ਼ਾਰਾ ਹੁੰਦਾ ਹੈ? ਪਰ ਜਦ ਇਸ ਪਾਪੀ ਜੀਵ ਦੇ ਮੱਥੇ ਟੇਕਣੇ ਪੁਰ ਆਪ ਹੱਸੇ ਅਰ ਪਿਆਰ ਨਾਲ ਬਖਸ਼ੰਦ ਬੋਲੀ ਬੋਲੇ, ਤਦ ਸਮਝ ਵਿੱਚ ਆ ਗਿਆ ਕਿ ਸੰਸਾਰ ਨੂੰ ਜੇ ਸੁੱਖ ਹੋ ਸਕਦਾ ਹੈ ਤਾਂ ਕੇਵਲ ਇਹਨਾਂ ਕੋਲ, ਜਿਨ੍ਹਾਂ ਨੇ ਪਾਪੀ ਤੋਂ ਘਿਰਣਾ ਨਹੀਂ ਕੀਤੀ। ਹੁਣ ਪੁਸ਼ਪ ਬਿਬਾਨ ਹਿੰਦੁਸਤਾਨ ਦੇਸ਼ ਦੇ ਲਾਹੌਰ ਸ਼ਹਿਰ ਤੋਂ 30 ਕੋ ਪੱਛੋਂ ਨੂੰ ਰਾਏ ਭੋਏ ਦੀ ਤਲਵੰਡੀ ਨਾਮੇ ਇੱਕ ਨਗਰ ਵੱਲ ਮੁੜਿਆ। ਇੱਥੇ ਇੱਕ ਮਹਿਤਾ ਕਾਲੂ ਨਾਮੇ ਬੇਦੀ ਘਰਾਣੇ ਦੇ ਰੱਜੇ ਘਰ ਵਾਲਾ, ਸ਼ਹਿਰ ਦਾ ਪਟਵਾਰੀ ਤੇ ਹਾਕਮ ਦਾ ਮੂੰਹ ਚਿੱਤ ਲੱਗਦਾ ਕਾਰਦਾਰ ਤੇ ਮਸਾਇਬ ਸੀ। ਇਸ ਦੇ ਘਰ ਇੱਕ ਸੋਹਣੇ ਸੁਥਰੇ ਤੇ ਖੁੱਲੇ ਦਲਾਨ ਅਰਥਾਤ ਦੀਵਾਨ ਖਾਨੇ ਵਿੱਚ ਇਸ ਦੀ ਸੁਪਤਨੀ ਜੀ ਤੇ ਨਾਲ 2 ਇੱਕ ਸੇਵਕਾਂ ਬੈਠੀਆਂ ਹੋਈਆਂ ਸਨ। ਸ਼ਮਾਦਾਨ ਲਟ ਲਟ ਬਲ ਰਿਹਾ ਸੀ ਕਿ ਅਚਾਨਕ ਆਪ ਤੋਂ ਆਪ ਭਾਰਾ ਪ੍ਰਕਾਸ਼ ਹੋ ਗਿਆ ਤੇ ਜਗ ਰਹੇ ਦੀਪਕ ਦਾ ਮੱਧਮ ਪ੍ਰਕਾਸ਼ ਹਿਸ ਗਿਆ। ਫਿਰ ਉਸ ਦੀਵਾਨ ਖਾਨੇ ਵਿੱਚ ਡਾਢੇ ਮਿੱਠੇ ਗਾਉਣ ਦੀ ਆਵਾਜ਼ ਕੰਨੀ ਪੈਣ ਲੱਗੀ ਤੇ ਫਿਰ ਕੁਝ ਸੂਰਤਾਂ ਦੇ ਝਾਵਲੇ ਪਏ। ਇਸ ਦਸ਼ਾ ਨੂੰ ਦੇਖ ਕੇ ਸਭੇ ਬੀਬੀਆਂ ਸਹਿਮ ਗਈਆਂ, ਪਰ ਚਿੱਤੋਂ ਸੁਖੀ ਤੇ ਕਾਗਰ ਹੋਈਆਂ। ਅਚਰਜਤਾ ਜਿਹੀ ਛਾ ਗਈ ਅਰ ਕੰਨ ਤੇ ਅੱਖ ਲਾ ਕੇ ਉਸ ਅਚਰਜ ਗਤੀ ਦੇ ਸਮਝਣ ਦਾ ਯਤਨ ਕਰਨ ਲੱਗੀਆਂ। ਫਿਰ ਕੀ ਹੋਇਆ ਕਿ ਗੁਪਤ ਸੰਸਾਰ ਦੇ ਸੰਤ ਅਤੇ ਹੋਰ ਤਪਸਵੀ ਲੋਕ ਜੋ ਲੁਕੇ ਛਿਪੇ ਤਪੱਸਿਆ ਕਰਦੇ ਸਨ, ਆਪਣੇ ਸੂਖਮ ਸਰੀਰਾਂ ਵਿੱਚ ਸਭ ਆ ਜੁੜੇ। ਬੂਹੇ ਵੱਜੇ ਹੋਏ ਸਨ, ਪਰ ਪਤਾ ਨਹੀਂ ਇਹ ਕਿੱਥੋਂ ਲੰਘੀ ਆਉਂਦੇ ਹਨ। ਸਾਰੇ ਜਣੇ ਜਦ ਬੈਠ ਗਏ ਤਦ ਸਭ ਨੇ ਇੱਕ ਭਜਨ ਗਾਵਿਆ, ਜਿਸ ਦਾ ਤਾਤਪਰ ਜਿਨ੍ਹਾਂ ਤੁਕਾਂ ਵਿੱਚ ਹੈ। ਆਓ ਸਾਜਨ ਸੰਤਮੀਤ ਪਿਆਰੇ, ਮਿਲ ਗਾਵੇਂ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੇ ਹੀ ਮੁਕਤੇ, ਸੋ ਧਿਆਈਏ ਜਿਨ ਹਮ ਕੀਏ ਜੀਓ। ਜਨਮ ਜਨਮ ਕੇ ਕਿਲ ਬਿਖ ਜਾਵੇਂ, ਮਨ ਚਿੰਦੇ ਸੇਈ ਫਲ ਪਾਵੇਂ। ਸਿਮਰ ਸਾਹਿਬ ਸੋ ਸਚ ਸੁਆਮੀ, ਰਿਜਕ ਸਬਸ ਕੋ ਦੀਏ ਜੀਓ। ਮਾਝ ਮਹੱਲਾ ਪੰਜਵਾਂ। ਜਦ ਇਸ ਭਾਵ ਦਾ ਸੰਗੀਤ ਹੋ ਚੁੱਕਾ ਤਾਂ ਅੱਗੇ ਕੋਲੋਂ ਵਧੇਕ ਪ੍ਰਕਾਸ਼ ਹੋ ਗਿਆ। ਸਾਰੇ ਅਦਬ ਨਾਲ ਸਿਰ ਨਿਹੁੜਾ ਕੇ ਜੀ ਆਇਆਂ ਦੇ ਸ਼ੁਕਰ ਭਰੇ ਸੁਨਹਿਰੀ ਭਾਵਾਂ ਨਾਲ ਭਰ ਕੇ ਹੱਥ ਜੋੜ ਖੜੋਤੇ।
ਇੰਨੇ ਨੂੰ ਅਰਸ਼ਾਂ ਤੋਂ ਆ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁੰਦਰ ਪੁਸ਼ਪ ਵਿਮਾਨ ਉਸ ਸੰਤ ਦਰਬਾਰ ਦੇ ਵਿਚਕਾਰ ਪਹੁੰਚ ਕੇ ਸ਼ੋਭ ਗਿਆ ਔਰ ਸਾਰਿਆਂ ਨੇ ਅਦਬ ਨਾਲ ਇਸ ਭਾਵ ਦਾ ਕੀਰਤਨ ਗਾਵਿਆ। ਨੌ ਤਨ ਪ੍ਰੀਤ ਸਦਾ ਠਾਕਰ ਸਿਉ ਅੰਦਿਨ ਭਗਤ ਸੁਹਾਵੀ ਮੁਕਤ ਭਏ ਗੁਰਦਰਸ ਦਿਖਾਇਆ ਜੁਗ ਜੁਗ ਭਗਤ ਸੁਹਾਵੀ। ਮਲਾਰ ਮਹੱਲਾ ਪਹਿਲਾ। ਹੁਣ ਪੁਸ਼ਪ ਵਿਮਾਨ ਦੇ ਨਾਲ ਆਏ ਦੇਵ ਲੋਕਾਂ ਨੇ ਗੁਰੂ ਜਸ ਗਾਇਨ ਕੀਤਾ ਔਰ ਐਸਾ ਸੁੰਦਰ ਰਾਗ ਹੋਣ ਲੱਗਾ ਕਿ ਕੌਣ ਉਪਮਾ ਕਹੇ। ਜਿਸ ਮਗਰੋਂ ਸਾਰੇ ਸੰਤਾਂ ਨੇ ਕੁਝ ਗਾਵਿਆ, ਜਿਸ ਵਰਗਾ ਭਾਵ ਕੁਛ ਇਸ ਕਬਿਤ ਵਿੱਚ ਲੱਜਦਾ ਹੈ। ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। परम दयाल लाल लोचन विशाल मुख बचन रसाल मद मधुर पियाए हैं। सोबत सहजासन बिलासन दे अंक माल प्रेम रस बिसम होए सहज समाए हैं। इस तरह के प्रेम वाक सुन के श्री गुरु जी ने बड़े प्यार नाल संत मंडली नूं कुछ इस प्रकार का संदेशा दिता। तिसै सरेवो प्राणियों जिस दे नाव पल्ले ਇੱਥੇ ਰਹੋ ਸੁਹੇਲਿਆ ਅੱਗੇ ਨਾਲ ਚੱਲੇ। ਘਰ ਬੰਦੋ ਸਚ ਧਰਮ ਕਾ ਗੜ ਥਮ ਅਹੱਲੇ। ਓਟ ਲਹੋ ਨਾਰਾਇਣ ਦੀਨ ਦੁਨੀਆ ਚੱਲੇ। ਨਾਨਕ ਪਕੜੇ ਚਰਨ ਹਰ ਤਿਸ ਦਰਗਹਿ ਮੱਲੇ। ਸੰਤਾਂ ਨੇ ਹੁਣ ਕੁਛ ਹੋਰ ਉਚਾਰਿਆ ਜਿਸ ਦਾ ਭਾਵ ਇਸ ਸ਼ਬਦ ਵਿੱਚੋਂ ਪ੍ਰਤੀਤ ਦਿੰਦਾ ਹੈ। ਸਾਰੰਗ ਮਹੱਲਾ ਪੰਜਵਾਂ ਸੂਰਦਾਸ। ਇੱਕ ਓੰਕਾਰ ਸਤਿਗੁਰ ਪ੍ਰਸਾਦ। हर के संग बसे हर लोक तन मन अरप सरबस सब अरप्यो अनद सहज तुन चोक। रहाव दर्शन भेख भये निर्भिखई पाए हैं सगले थोक। आन बसत स्यों काज न कछुए सुंदर बदन अलोक। श्याम सुंदर तज आन जो चाहत ज्यों कुश्ती तन जोक। सूरदास मन प्रभ हथ लीनो दीनो ए परलोक। गुरु जी ने कुछ ऐसा भाव कथन कीता। कीरत सूरत मुकत इकनाई तहीं निरंजन रहा समाई। निज कर व्याप रहा निज ठाई उस तत् करे केते मुन प्रीत। तन मन सूचे साच सुचीत नानक हर पज नीता नीत। गौड़ी महला पहला। संतां ने इस प्रकार दे शुक्र दे कोई वाक कहे। धरण सुमनी खड़ रतन जड़ावी हर प्रेम पुरख मन वुठा। सभे काज सुहेलड़े थिए गुरु नानक सतगुर तुठा। गुरु जी ने हुण ये प्रभाव पाया। नानक आखे यह विचार सिफती गंढ पवै दरबार। कैसी आश्चर्य लीला है। संत जन तां आप दी उच्ची तो उच्ची उस्तत करदे हन ते आप एडे वड्डे हो के निमरता भाव विच उन्हां नूं परमेशर दे लड़ फड़ने दा उपदेश करदे हन। पर ਉਹ भी गुप्त ਵਰਤਾਰੇ ਦੇ ਜਾਣੂ ਸਨ। ਝਟ ਕੁਛ ਐਸੇ ਭਾਵ ਦੇ ਵਾਕ ਬੋਲੇ। ਆਪੇ ਪਟੀ ਕਲਮ ਆਪ ਉੱਪਰ ਲੇਖ ਵੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਗੁਰੂ ਜੀ ਪਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਤਪੱਸਿਆ ਨੇ ਫਿਰ ਐਸੇ ਕੋਈ ਵਾਕ ਕਹੇ ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੇ नानक गुण गाई। गुरु जी आपे बख्शे मेल मिलाए नानक शरण तुम्हारी। संतां ने हुण अपनियां मिठियां सुरां विच गीत गाविया जिस वर्गा भाव गुरु अर्जन देव जी दे हेठ लिखे शब्द विच अंकित है। कोट ब्रह्मंड को ठाकर स्वामी सर्ब जियां का दाता रे। प्रतिपाले निसार संभाले गुण नहीं मूर्ख जाता रे। हर आराध न जाना रे हर हर गुर गुर करता रे। हर जियो नाम पर्यो रामदास रहाओ। दीन दयाल कृपाल सुख सागर सरब कटा भरपूरी रे। पेखत सुनत सदा है संगे मैं मूर्ख जानिया दूरी रे। हर बेअंत हों मित कर वर्णो क्या जाना होए कैसो रे। करो बेनती सतगुर अपने मैं मूर्ख दे उपदेसो रे। मैं मूर्ख की केतक बात है कोट पराधी तरिया रे। गुरु नानक जिन सुनिया भेख्या से फिर गरबास न परिया रे। इस तरह दे आनंद विच गीत गाउंदे ते नमस्कार करदे संत जन असीसां लैके विदा होए। उधर पुष्प विमान ते देवलोक विदा हो गए।
ਰਾਤ ਦਾ ਸਮਾਂ ਸੀ। ਤਲਵੰਡੀ ਨਗਰ ਦੇ ਲੋਕੀ ਸੁੱਤੇ ਪਏ ਸੀ। ਬਾਹਰ ਬੰਦ ਦੇ ਵੀਣਾ ਨੀਂਦਰਾਂ ਵਿੱਚ ਸਨ। ਵਗਦੇ ਖੂਹ ਵੀ ਅਜੇ ਅਡੋਲ ਖੜੇ ਜਾਗੇ ਨਹੀਂ ਸਨ ਤੇ ਤਾਰਿਆਂ ਦੀ ਡਲਕ ਧਰਤੀ ਤੇ ਟਿਕਵੀਂ ਝਲਕ ਰਹੀ ਸੀ। ਰਾਤ ਚੁਪਾਤੀ ਟੁਰੀ ਗਈ। ਕੋਈ ਪਹਿਰ ਕੋ ਰਹਿ ਗਈ ਹੋਊ ਤਾਂ ਇਸੇ ਨਗਰ ਵਿੱਚ ਇੱਕ ਪੰਡਤ ਤਾਰਿਆਂ ਵੱਲ ਦੇਖ ਰਿਹਾ ਨਜ਼ਰ ਪਿਆ। ਕਦੇ ਪੱਤਰੀ ਵਿੱਚੋਂ ਕੁਝ ਲੇਖਾ ਦੇਖਦਾ ਹੈ, ਕਦੇ ਆਕਾਸ਼ ਵੱਲ ਤੱਕਦਾ ਹੈ ਤੇ ਕੁਝ ਵਿਚਾਰਦਾ ਹੈ ਤੇ ਕਦੇ ਸੋਚ ਵਿੱਚ ਡੁੱਬ ਜਾਂਦਾ ਹੈ। ਅੰਦਰੋਂ ਸੁਆਣੀ ਨੇ ਆਵਾਜ਼ ਦਿੱਤੀ, ਪੰਡਤ ਜੀ, ਅੱਜ ਇਸ ਵੇਲੇ ਨਛੱਤਰਾਂ ਨਾਲ ਕੀ ਲੰਮੇ ਲੇਖ ਕਰ ਰਹੇ ਹੋ? ਪੰਡਤ ਜੀ ਜ਼ਰਾ ਸੰਭਲੇ ਤੇ ਬੋਲੇ, ਮੈਂ ਤੇ ਕਾਲੂ ਦੇ ਘਰ ਕਾਕਾ ਹੋਇਆ ਹੈ ਤੇ ਗ੍ਰਹਿ ਨਛੱਤਰ ਵਿਚਾਰ ਰਿਹਾ ਹਾਂ। ਉਹ ਤਾਂ ਭਾਗ ਭਰੀਏ ਕੋਈ ਮਹਾਬਲੀ ਅਵਤਾਰ ਜਾਪਦਾ ਹੈ। ਉਹ ਤਾਂ ਭਾਗ ਭਰੀਏ, ਹਾਂਜੀ, ਉਹ ਤਾਂ ਭਾਗ ਭਰੀਏ ਕੋਈ ਮਹਾਬਲੀ ਅਵਤਾਰ ਜਾਪਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।